सत श्री अकाल जी। मैं हाँ कृष्ण सिंह। पंजाब की जनता के मनां च एक बहुत वड्डा जिहड़ा सवाल है कि चिटफंड कंपनियां जिन्हां ने पंजाब नूं वैश्याना तरीके नाल लुटिया, लोकां ते मानसिक तशद्दद कीता, लोकां दी जिहड़ी मेहनत दी कमाई सी, जिहड़ी सारी उम्र दी पूंजी जोड़ी हुई सी, तां इन्हां चिटफंड कंपनियां दे विच लोकां ने लगाई, पर ओह तुहाडी मेहनत दी कमाई करोड़ां रुपए अरबां रुपए आखिरकार गए कित्थे। परल कंपनी अपने समय दे विच ਉਹ कंपनी रही है जिसकी तूती बोलती हुंदी सी। एक महल्ले विच जिसदे 25-25 30 एजेंट होया करदे, एक शहर विच सैकड़े एजेंट हुंदे सी। लोग अपनी मेहनत की कमाई जिहड़ी सी, किरत कमाई इन्हां चिटफंड कंपनियां च लगाउंदे सी, पर नतीजा की निकलिया? नतीजा ही निकलिया कि कंपनी के मालक नूं CBI ने अरेस्ट करना पिया। पूरे कागजात जो खोले गए, जो ब्यौरा खोलिया गया इस कंपनी का, लेजर बुक जिन्होंने अक्सर पंजाबी भाषा च कहते हैं, तो उस वेले पता लग्या कि इन्नियां उन्नतियां इस कंपनी दे विच सी। पर हुण लोग की कहंदे ने? लोकां नूं ना कानून तक मतलब है, ना कंपनी के संविधान तक मतलब है, ना इस तरीके नाल मतलब है कि आखिरकार कंपनी किस दे नाम ते चल रही सी, किहड़ियां उन्नतियां सी। पर सवाल वड्डा यह है कि ਜਿਹੜੇ परल कंपनी ਦੇ ਵਿੱਚ ਤੁਸੀਂ ਪੈਸੇ ਇਨਵੈਸਟ ਕੀਤੇ ਸੀ ਤਾਂ ਹੁਣ ਆਉਣਗੇ ਕਿਵੇਂ? ਬਹੁਤ ਵੱਡੀ ਜਾਣਕਾਰੀ ਹੈ ਦੋਸਤੋ। ਤੁਹਾਡੇ ਰਿਸ਼ਤੇਦਾਰ ਹੋ ਸਕਦੇ ਹੈ, ਤੁਸੀਂ ਹੋ ਸਕਦੇ ਹੋ, ਤੁਸੀਂ ਖੁਦ ਪੀੜਤ ਹੋ ਸਕਦੇ ਨਾ ਕੰਪਨੀਆਂ ਦੇ ਜਿਨ੍ਹਾਂ 'ਚ ਕਰੋੜਾਂ ਰੁਪਏ ਇਨਵੈਸਟ ਕੀਤੇ ਸੀ। ਤੁਹਾਨੂੰ ਦੱਸ ਦਈਏ ਕਿ 60,000 ਕਰੋੜ ਰੁਪਇਆ, ਤੁਹਾਨੂੰ ਇੰਪੋਰਟੈਂਟ ਚੀਜ਼ ਹੈ ਕਿ 60,000 ਕਰੋੜ ਰੁਪਇਆ ਲੋਕਾਂ ਦਾ ਲੱਗਿਆ ਸੀ, ਲੋਕਾਂ ਦੀ ਮਿਹਨਤ ਦਾ ਲੱਗਿਆ ਸੀ। ਜਦੋਂ ਅਸੀਂ ਗਰਾਊਂਡ ਤੇ ਗਏ, ਜਦੋਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਜਿਹੇ ਲੋਕ ਵੀ ਸਾਨੂੰ ਮਿਲੇ ਜਿਹੜੇ ਭੁੱਬਾਂ ਮਾਰ-ਮਾਰ ਰੋ ਰਹੇ ਸੀ, ਜਿਨ੍ਹਾਂ ਨੇ ਕਿਹਾ ਕਿ ਸਾਰੀ ਉਮਰ ਦੀ ਕਿਰਤ ਕਮਾਈ, ਰਿਟਾਇਰਮੈਂਟ, ਪੂਰੀ ਦੀ ਪੂਰੀ ਰਿਟਾਇਰਮੈਂਟ ਬੱਚਿਆਂ 'ਚ ਨਹੀਂ ਵੰਡੀ, ਸਾਰੀ ਪਰਲ ਕੰਪਨੀ ਦੇ ਵਿੱਚ ਉਸ ਵੇਲੇ ਇਨਵੈਸਟ ਕਰ ਦਿੱਤੀ। 23-23, 24-24, 25-25 ਲੱਖ ਰੁਪਏ। ਕੁਝ ਲੋਕ ਅਜਿਹੇ ਸੀ ਜਿਨ੍ਹਾਂ ਨੇ ਜ਼ਮੀਨਾਂ ਵੇਚ-ਵੇਚ ਕੇ ਆਪਣੀ ਕਿਰਤ ਕਮਾਈ ਇਸ ਕੰਪਨੀ ਦੇ ਵਿੱਚ ਲਗਾਈ। ਪਰ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰਕਾਰ ਇਸ ਵਿਸ਼ੇ ਤੇ ਲਾਈਵ ਕਰਨ ਦੀ ਜ਼ਰੂਰਤ ਕਿਉਂ ਪਈ ਹੈ? ਦੋਸਤੋ, ਇੰਪੋਰਟੈਂਟ ਖਬਰ ਇਸ ਕਰਕੇ ਹੈ ਕਿ ਪਰਲ ਕੰਪਨੀ ਦੇ ਵਿੱਚ ਜਿਹੜੇ ਤੁਸੀਂ ਪੈਸੇ ਲਗਾਏ ਸੀ, ਉਸ ਤੇ ਸਾਰਥਕ ਖਬਰ ਇਹ ਹੈ ਕਿ ਉਹ ਪੈਸੇ ਮੁੜਨ ਦੀ ਤਿਆਰੀ ਕਰ ਰਹੇ ਨੇ। ਯਾਨੀ ਕਿ ਤੁਹਾਡੀ ਮਿਹਨਤ ਦੀ ਕਿਰਤ ਕਮਾਈ ਉਹ ਵਾਪਸ ਹੋ ਸਕਦੀ ਹੈ। ਉਹ ਕਦੋਂ ਹੋਣੀ ਹੈ? 4 ਮਹੀਨਿਆਂ ਨੂੰ ਹੋਣੀ ਹੈ, 8 ਮਹੀਨਿਆਂ ਨੂੰ ਹੋਣੀ ਹੈ? ਇਹ ਪੰਜਾਬ ਦੀ ਸਰਕਾਰ ਨੇ ਤੈਅ ਕਰਨਾ। ਮੈਂ ਪੰਜਾਬ ਸਰਕਾਰ ਸ਼ਬਦ ਇਸ ਕਰਕੇ ਇੱਥੇ ਵਰਤ ਰਿਹਾ ਕਿ ਸੇਬੀ, ਸਟੇਟ ਐਕਸਚੇਂਜ ਬੋਰਡ ਆਫ ਇੰਡੀਆ, ਸੇਬੀ ਉਹ ਬੋਰਡ ਹੈ ਜਿਹੜਾ ਪੂਰੀਆਂ ਕੰਪਨੀਆਂ ਦੇ ਕੰਪਨੀ ਐਕਟ ਅਧੀਨ ਜਿਹੜੀਆਂ ਕੰਪਨੀਆਂ ਰਜਿਸਟਰਡ ਹੁੰਦੀਆਂ ਨੇ ਜਾਂ ਫਾਈਨਾਂਸ ਕੰਪਨੀਆਂ ਰਜਿਸਟਰਡ ਹੁੰਦੀਆਂ ਨੇ, ਉਹਨਾਂ ਦੇ ਬਿਊਰੇ, ਉਹਨਾਂ ਦੇ ਮਸਲਿਆਂ ਦਾ ਨਿਪਟਾਰਾ ਕਰਦਾ ਹੈ। ਸੋ ਸੇਬੀ ਦੇ ਹੁਕਮਾਂ ਤੇ ਪੰਜਾਬ ਦੀ ਸਰਕਾਰ ਨੇ ਉਹਨਾਂ ਪ੍ਰਾਪਰਟੀਆਂ, ਉਹਨਾਂ ਜ਼ਮੀਨਾਂ ਦਾ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਹੜੀਆਂ ਜ਼ਮੀਨਾਂ ਤੁਹਾਡੇ ਪੈਸੇ ਤੇ, ਤੁਹਾਡੀ ਮਿਹਨਤ ਦੇ ਸਦਕਾ ਪਰਲ ਕੰਪਨੀ ਨੇ ਖਰੀਦ ਕੇ ਧਰੀਆਂ ਸੀ। ਬਾਅਦ ਵਿੱਚ ਜਿਹੜਾ ਵੱਡਾ ਕਲੇਸ਼ ਪਿਆ ਉਹ ਤੁਹਾਡੇ ਸਾਹਮਣੇ ਹੈ। ਸੋ ਇੰਪੋਰਟੈਂਟ ਚੀਜ਼ ਇਹ ਹੈ ਕਿ ਪੰਜਾਬ ਦਾ ਵਿਜੀਲੈਂਸ ਬਿਊਰੋ FIR ਹੈ 79/20, 79/20 ਇਹ ਫਿਰੋਜ਼ਪੁਰ ਦੀ FIR ਹੈ। ਇਸ ਨੂੰ ਅਸੀਂ ਪੜ੍ਹਨ ਦੀ ਕੋਸ਼ਿਸ਼ ਕੀਤੀ, ਕਾਫੀ ਕੁਝ ਇਸ ਆਖਰ ਸਾਹਮਣੇ ਆਏ ਨੇ। ਮੈਂ ਰਿਕੁਐਸਟ ਕਰੂੰਗਾ ਕਿ ਪਲੀਜ਼ ਮੈਨੂੰ ਫੋਨ ਨਾ ਕਰੋ, ਕਿਉਂਕਿ ਲਾਈਵ ਕਾਫੀ ਜਿਹੜੇ ਹੈ ਨਾ ਕੱਟਣ ਦੀ ਹੁੰਦੀ ਹੈ, ਦਿੱਕਤ ਹੁੰਦੀ ਹੈ। ਮੈਂ ਪਲੀਜ਼ ਰਿਕੁਐਸਟ ਕਰਦਾ ਕਿ ਕੁਝ ਸੱਜਣਾ ਦੇ ਫੋਨ ਵਿੱਚ ਆ ਰਹੇ ਨੇ, ਮਾਜ਼ਰਤ ਚਾਹੁੰਦਾ ਕਿ ਗੱਲ ਕੱਟੀ। ਇੰਪੋਰਟੈਂਟ ਚੀਜ਼ ਕੀ ਸੀ ਕਿ 79/20 ਹੈ, ਜਿਹੜਾ 79/20 ਉਹ FIR ਹੈ ਜਿਹੜੀ ਫਿਰੋਜ਼ਪੁਰ ਦੇ ਵਿੱਚ ਰਜਿਸਟਰਡ ਹੋਈ ਸੀ, ਜਿਸ 'ਚ ਪਰਲ ਕੰਪਨੀ ਨਾਲ ਸੰਬੰਧਿਤ ਕਈ ਉਨਤਾਈਆਂ ਜਿਹੜੀਆਂ ਸਾਹਮਣੇ ਆਈਆਂ ਸੀ। 6 IPC ਦੀਆਂ ਧਾਰਾਂ ਲੱਗੀਆਂ, 406, 420, 467, 468, 471, 120 ਤਾਂ ਇਹਨਾਂ FIRਾਂ ਦੇ ਮਸਲੇ ਤੇ ਬਹੁਤ ਵੱਡੇ ਜਿਹੜੇ ਬਿਆਨ ਇਹ ਸੀ ਕਿ ਪੀੜਤ ਲੋਕਾਂ ਨੇ ਦਰਜ ਕਰਵਾਏ ਕਿ ਕਿਸ ਤਰੀਕੇ ਨਾਲ ਕੰਪਨੀ ਦੇ ਵਿੱਚ ਉਨਤਾਈਆਂ ਹੋਈਆਂ, ਕਿਸ ਤਰੀਕੇ ਨਾਲ ਹੇਰਾਫੇਰੀਆਂ ਕੀਤੀਆਂ ਗਈਆਂ, ਲੋਕਾਂ ਦੇ ਪੈਸੇ ਦਾ ਆਖਿਰਕਾਰ ਬਣਿਆ ਕੀ ਹੈ। ਤਾਂ 60,000 ਕਰੋੜ ਦਾ ਦੋਸਤੋ ਇਹ ਘੁਟਾਲਾ ਸੀ। ਪਰ ਪੰਜਾਬ ਦੀ ਸਰਕਾਰ ਵੱਲੋਂ ਇਹ ਬਹੁਤ ਵੱਡੀ ਖਬਰ ਜਿਹੜੀ ਅੱਜ ਦਿੱਤੀ ਗਈ, ਜਿਸ ਨੂੰ ਅਸੀਂ ਪ੍ਰਮੁੱਖਤਾ ਨਾਲ ਦਿਖਾਇਆ ਵੀ। ਅਕਸਰ ਤੁਸੀਂ ਜੀ ਪੰਜਾਬ ਰਨ ਹਿਮਾਚਲ ਤੇ ਵੱਡੀਆਂ ਖਬਰਾਂ ਦੇਖਦੇ ਹੋ, ਜਿਸ 'ਚ ਜਾਣਕਾਰੀ ਇਹ ਸੀ ਕਿ ਪੰਜਾਬ ਦੀ ਸਰਕਾਰ ਉਹਨਾਂ ਜ਼ਮੀਨਾਂ ਦੀ ਗਿਣਤੀ ਮਿਣਤੀ ਕਰਾ ਚੁੱਕੀ ਹੈ। ਸਭ ਤੋਂ ਇੰਪੋਰਟੈਂਟ ਗੱਲ ਇਹ ਸੀ ਕਿ ਗਿਣਤੀ ਮਿਣਤੀ ਕਿਸ ਚੀਜ਼ ਦੀ ਹੋਈ ਹੈ। ਇੰਪੋਰਟੈਂਟ ਚੀਜ਼ ਦੋਸਤੋ, ਹਰ ਇੱਕ ਜ਼ਿਲ੍ਹੇ ਦੇ ਵਿੱਚ ਕਰੋੜਾਂ ਰੁਪਏ ਦੀ ਸੰਪਤੀ ਪਰਲ ਨੇ ਖਰੀਦ ਕੇ ਰੱਖੀ। ਖਰੀਦਣ ਤੋਂ ਬਾਅਦ ਕਲੇਸ਼ ਪਿਆ, ਸੇਬੀ ਕੋਲ ਮਾਮਲਾ ਪਹੁੰਚਿਆ, CBI ਇੰਟਰਵੀਨ ਸੀ। ਹੁਣ ਪੰਜਾਬ ਸਰਕਾਰ ਦੀ ਵੀ ਇਸ 'ਚ ਐਂਟਰੀ ਹੈ
ਜਿਹੜੀਆਂ ਜ਼ਮੀਨਾਂ ਪਰਲ ਨੇ ਤੁਹਾਡੇ ਪੈਸੇ ਤੇ ਖਰੀਦੀਆਂ ਸੀ, ਉਹੀ ਉਹ ਜ਼ਮੀਨਾਂ ਹੋਣਾ ਵੇਚਣ ਦੀ ਤਿਆਰੀ ਪੰਜਾਬ ਦੀ ਸਰਕਾਰ ਕਰ ਰਹੀ ਹੈ। ਕਈ ਤਸਵੀਰਾਂ, ਕਈ ਖਬਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਜਿੱਥੇ ਪੰਜਾਬ ਦੀ ਸਰਕਾਰ ਨੇ ਕਾਨੂੰਨਨ ਤੌਰ ਤੇ ਕਬਜ਼ੇ ਲੈਣੇ ਵੀ ਸ਼ੁਰੂ ਕਰ ਦਿੱਤੇ ਹੈ। ਖਰਬਾਂ ਰੁਪਏ ਦੀਆਂ ਜ਼ਮੀਨਾਂ ਨੂੰ ਦੋਸਤੋ, ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ ਜਿਹੜੀਆਂ ਤੁਹਾਡੇ ਪੈਸੇ ਤੇ ਖਰੀਦੀਆਂ ਗਈਆਂ। ਸੋ ਖਰੀਦਣ ਤੋਂ ਬਾਅਦ ਵੱਡਾ ਕਲੇਸ਼ ਹੋਇਆ। ਕਲੇਸ਼ ਤੋਂ ਬਾਅਦ ਪੰਜਾਬ ਸਰਕਾਰ ਇੰਟਰਵੀਨ ਕਰਦੀ ਹੈ। ਪੰਜਾਬ ਵਿਜੀਲੈਂਸ ਬਿਊਰੋ ਜਾਂਚ ਕਰ ਰਹੀ ਹੈ। FIR ਤੁਹਾਡੇ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕੀਤੀ ਅਸੀਂ। ਹਾਲਾਂਕਿ 2 FIR ਦਾ ਜ਼ਿਕਰ ਹੋਇਆ। ਇੱਕ FIR ਸਾਡੀ ਟੀਮ ਦੇ ਹੱਥ ਲੱਗੀ, ਇੱਕ FIR ਮੋਹਾਲੀ ਦੇ ਵਿੱਚ ਕਿਹੜੀ ਸੀ ਉਸ ਤੇ ਵੀ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ। ਪਰ ਜਦੋਂ ਪੰਜਾਬ ਦੀ ਸਰਕਾਰ ਨੇ ਇਹਨਾਂ ਜ਼ਮੀਨਾਂ ਦਾ ਕਬਜ਼ਾ ਲਿਆ ਤਾਂ ਉਸ ਵੇਲੇ ਬੋਰਡ ਕਿਹੜਾ ਲੱਗਿਆ? ਇੰਪੋਰਟੈਂਟ ਚੀਜ਼ ਸੀ ਕਿ ਉੱਥੇ ਬੋਰਡ ਲਾਇਆ ਗਿਆ ਕਿ ਸੇਬੀ ਦੇ ਹੁਕਮਾਂ ਮੁਤਾਬਕ ਪੰਜਾਬ ਦੀ ਸਰਕਾਰ ਨੇ ਸੇਬੀ ਦੇ ਹੱਕ ਵਿੱਚ, ਯਾਨੀ ਕਿ ਸਟੇਟ ਐਕਸਚੇਂਜ ਬੋਰਡ ਆਫ ਇੰਡੀਆ ਦੇ ਹੱਕ ਵਿੱਚ ਇਹ ਵੱਡਾ ਫੈਸਲਾ ਲਿਆ। ਵੱਡੇ ਫੈਸਲੇ ਦੇ ਵਿੱਚ ਬੋਰਡ ਲੱਗਣ ਤੋਂ ਬਾਅਦ ਮਾਲਕੀ ਪੰਜਾਬ ਸਰਕਾਰ ਹੋ ਸਕਦਾ ਹੈ ਆਪਣੇ ਨਾਮ ਤੇ ਕਰਵਾਵੇ ਜਾਂ ਫਿਰ ਇਸ ਦੀ ਆਕਸ਼ਨ ਕਰਾਵੇ। ਆਕਸ਼ਨ ਤੋਂ ਭਾਵ ਹੈ ਨਿਲਾਮੀ ਕਰਾਵੇ। ਜਿਹੜੀਆਂ ਜ਼ਮੀਨਾਂ ਪਰਲ ਕੰਪਨੀ ਦੇ ਮਾਲਕ PACL ਵੱਲੋਂ ਖਰੀਦੀਆਂ ਗਈਆਂ, ਉਹਨਾਂ ਜ਼ਮੀਨਾਂ ਨੂੰ ਵੇਚ ਵੱਟ ਕੇ ਤੁਹਾਡੇ ਪੈਸੇ ਵਾਪਸ ਹੋ ਸਕਦੇ ਹੈ। ਕਦੋਂ ਹੋਣਗੇ? 4 ਮਹੀਨਿਆਂ ਨੂੰ ਹੋਣਗੇ, 6 ਨੂੰ ਹੋਣਗੇ, 7 ਨੂੰ ਹੋਣਗੇ। ਇਸ ਬਾਰੇ ਅਸੀਂ ਲਗਾਤਾਰ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਕਿਉਂਕਿ ਸਟੀਕ ਜਾਣਕਾਰੀ ਦੇਣਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਦੂਜੀ ਵੱਡੀ ਇੰਪੋਰਟੈਂਟ ਚੀਜ਼ ਇਹ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਇੰਨੇ ਸਾਲ ਆਖਰਕਾਰ ਹੋਇਆ ਕੀ ਇਸ ਮਸਲੇ 'ਚ। ਕਦੇ ਲੋਧਾ ਜਿਹੜੀ ਕਮੇਟੀ ਬਣੀ, ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ, ਉਸ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਸੀ ਉਹ ਦਿੱਤੀਆਂ ਗਈਆਂ ਕਿ ਆਖਰਕਾਰ ਇਸ ਮਸਲੇ ਦਾ ਬਣੇਗਾ ਕੀ। ਪਰ ਦੋਸਤੋ, ਸਾਰਥਕ ਖਬਰ ਇਹ ਹੈ ਕਿ ਪੰਜਾਬ ਦੀ ਸਰਕਾਰ ਹੁਣ ਇਹਨਾਂ ਜ਼ਮੀਨਾਂ ਦੀ ਨਿਲਾਮੀ ਕਰਾਏਗੀ। ਨਿਲਾਮੀ ਹੋਣ ਤੋਂ ਬਾਅਦ ਕਿਹੜੇ ਰਿਕਾਰਡ ਵਿੱਚ ਜਿਹੜੇ ਤੁਹਾਡੇ ਨਾਮ ਦਰਜ ਸੀ, ਕਿਉਂਕਿ ਜਦੋਂ ਕੋਈ ਪਾਲਿਸੀ ਹੁੰਦੀ ਹੈ, ਪਾਲਿਸੀ ਮੇਕਰ ਤੋਂ ਭਾਵ ਜਦੋਂ ਕੋਈ ਕੰਪਨੀ ਆਪਣੇ ਕਸਟਮਰ ਨੂੰ ਆਪਣੇ ਨਾਲ ਜੋੜਨ ਦਾ ਕੰਮ ਕਰਦੀ ਹੈ ਤਾਂ ਉਸ ਵੇਲੇ ਸਾਰਾ ਬਿਊਰਾ ਅਪਡੇਟ ਹੁੰਦਾ ਹੈ ਕਿ ਆਖਰਕਾਰ ਕਿਹੜੇ ਸ਼ਖਸ ਦੇ ਨਾਮ ਪਾਲਿਸੀ ਸੀ, ਕਿੰਨੇ ਦਾ ਕਲੇਮ ਸੀ, ਕਦੋਂ ਉਸ ਨੂੰ ਰਿਮਬਰਸ ਹੋਣਾ ਸੀ, ਉਸ ਕਲੇਮ ਦੇ ਮਾਇਨੇ ਕੀ ਕੁਝ, ਉਹ ਸਾਰਾ ਰਿਕਾਰਡ ਹੈ ਜਿਹੜਾ ਉਹ ਸਟੇਟ ਐਕਸਚੇਂਜ ਬੋਰਡ ਆਫ ਇੰਡੀਆ ਨੇ ਪੰਜਾਬ ਦੀ ਸਰਕਾਰ ਨੂੰ ਪ੍ਰੋਵਾਈਡ ਕਰਵਾ ਦਿੱਤਾ ਹੈ। ਇਸ ਬਾਰੇ ਵੀ ਜਿਹੜੀ ਜਾਣਕਾਰੀ ਗਈ ਹੈ ਉਸ ਰਿਕਾਰਡ ਦੇ ਆਧਾਰ ਤੇ ਹੀ ਪੰਜਾਬ ਸਰਕਾਰ ਫੈਸਲਾ ਲਏਗੀ ਕਿ ਆਖਰਕਾਰ ਕਿੰਨੇ ਪੈਸੇ ਕਿਹੜੇ ਸ਼ਖਸ ਦੇ ਇਨਵੈਸਟ ਸੀ, ਉਹ ਕਦੋਂ ਦੇਣੇ ਹੈ। ਜੇਕਰ ਕੋਈ ਤੁਹਾਡਾ ਸਪੈਸੀਫਿਕ ਸਵਾਲ ਹੈ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ, ਉਸ ਬਾਰੇ ਵੀ ਆਪਾਂ ਚਰਚਾ ਕਰ ਸਕਦੇ ਹਾਂ ਜਿੰਨੇ ਆਪਣੇ ਲਈ 2-4 ਮਿੰਟ ਹੋਰ ਨੇ। ਸੋ FIR ਤੇ ਅਸੀਂ ਚਰਚਾ ਕੀਤੀ ਕਿ FIR ਦੇ ਵਿੱਚ ਆਖਰਕਾਰ ਕੀ ਕੁਝ ਖਾਸ ਸੀ। ਦਰਅਸਲ 19 ਫਰਵਰੀ 2014 ਦਾ ਮਸਲਾ ਸੀ ਜਿਸ ਵੇਲੇ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡਾ ਸੈਟਬੈਕ ਲੱਗਿਆ, ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਆਪਣਾ ਇਸ ਕੰਪਨੀ ਦੇ ਵਿੱਚ ਲਗਾਇਆ। ਹਾਲਾਂਕਿ ਹੁਣ ਵੀ ਬਹੁਤ ਕੰਪਨੀਆਂ ਦੋਸਤੋ ਮਾਰਕੀਟ ਦੇ ਵਿੱਚ ਨੇ। ਭਰੋਸੇਯੋਗਤਾ ਉਹਨਾਂ ਕੰਪਨੀਆਂ ਦੀ ਕੀ ਹੈ ਕੀ ਨਹੀਂ ਹੈ, ਅਸੀਂ ਉਸ ਤੇ ਕੋਈ ਕਮਿਟਮੈਂਟ ਨਹੀਂ ਕਰਨਾ ਚਾਹੁੰਦੇ, ਪਰ ਆਪਣੇ ਪੈਸੇ ਨੂੰ ਕਿੱਥੇ ਇਨਵੈਸਟ ਕਰਨਾ ਹੈ ਇੱਕ ਵਾਰ ਨਹੀਂ 1000 ਵਾਰ ਸੋਚ ਕੇ ਲਗਾਇਓ, ਕਿਉਂਕਿ ਅਜਿਹੀਆਂ ਕੰਪਨੀਆਂ, ਚੋਟੀ ਦੀਆਂ ਕੰਪਨੀਆਂ ਜੇਕਰ ਇਸ ਤਰੀਕੇ ਨਾਲ ਤੁਹਾਨੂੰ ਧੋਖਾ ਦੇ ਸਕਦੀਆਂ ਨੇ ਤਾਂ ਹੋਰ ਕੰਪਨੀਆਂ ਕੀ ਤੁਹਾਨੂੰ ਧੋਖਾ ਨਹੀਂ ਦੇਣਗੀਆਂ। ਸਭ ਤੋਂ ਵੱਡਾ ਸਵਾਲ ਹੈ ਕਿ ਪਰਲ ਕੰਪਨੀ ਇੰਡੀਆ ਦੀ ਕੰਪਨੀ ਸੀ, ਇੱਥੋਂ ਦੀ ਇਸ ਦੇ ਫਾਊਂਡਰ ਸੀ, ਕਿਸ ਤਰੀਕੇ ਨਾਲ ਤੁਹਾਡਾ ਕਰੋੜਾਂ ਰੁਪਇਆ ਜਿਹੜਾ ਉਹ ਕਿੱਥੇ ਗਿਆ, ਸਰਕਾਰ ਜਵਾਬ ਦੇਗੀ। FIR ਬਹੁਤ ਇੰਪੋਰਟੈਂਟ ਹੈ। FIR 'ਚ ਇੱਕ ਜਿਹੜੀ ਚੀਜ਼ ਹੈ ਉਸ 'ਚ ਲਿਖਿਆ ਗਿਆ ਹੈ, ਹਾਲਾਂਕਿ ਇਹ DGP ਪੰਜਾਬ ਨੂੰ FIR ਜਿਹੜੀ ਹੈ ਉਹ ਰਜਿਸਟਰ ਕਰਨੀ ਪਈ ਹੈ। DGP ਪੰਜਾਬ ਨੂੰ ਉਸ ਵੇਲੇ ਦਰਖਾਸਤ ਦਿੱਤੀ ਗਈ ਸੀ। ਇਸ 'ਚ ਲਿਖਿਆ ਗਿਆ ਸੀ ਕਿ ਬਿਨੇਕਾਰਾਂ ਦੇ ਪੈਸਿਆਂ ਦੇ ਨਾਲ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਮ ਗਲਤ ਤਰੀਕੇ ਨਾਲ ਜ਼ਮੀਨਾਂ ਖਰੀਦੀਆਂ। ਤੁਹਾਡੇ ਪੈਸੇ ਤੇ ਗਲਤ ਤਰੀਕੇ ਨਾਲ ਜ਼ਮੀਨਾਂ ਖਰੀਦੀਆਂ ਗਈਆਂ, ਜਿਸ ਤੋਂ ਬਾਅਦ ਦੋਸ਼ੀਆਂ ਨੇ ਹੁਣ ਗਲਤ ਤਰੀਕੇ ਨਾਲ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਕੀਤੀ। ਹੋਰ ਚੀਜ਼ ਦੇਖੋ, ਜਦੋਂ ਜ਼ਮੀਨਾਂ ਖਰੀਦ ਲੀਆਂ ਗਈਆਂ, ਮਾਮਲਾ ਸੇਬੀ ਦੇ ਕੋਲ ਸੀ, ਅੰਡਰ ਪ੍ਰੋਸੀਡਿੰਗ ਸੁਪਰੀਮ ਕੋਰਟ ਸੀ, ਤਾਂ ਜ਼ਮੀਨਾਂ ਦੀ ਖਰੀਦੋ ਫਰੋਖਤ ਵੀ ਹੋਈ। ਪਰਲ ਵੱਲੋਂ ਖਰੀਦੀਆਂ ਗਈਆਂ ਜ਼ਮੀਨਾਂ ਨੂੰ ਗਲਤ ਤਰੀਕੇ ਦੇ ਨਾਲ ਥਰਡ ਪਾਰਟੀ, ਫੋਰਥ ਪਾਰਟੀ ਨੂੰ ਵੇਚ ਦਿੱਤਾ ਗਿਆ। ਵਿਜੀਲੈਂਸ ਪੰਜਾਬ ਬਿਊਰੋ ਤੇ ਪੰਜਾਬ ਦੀ ਪੁਲਿਸ ਇਸ ਵਿਸ਼ੇ ਤੇ ਵੀ ਕੰਮ ਕਰ ਰਹੀ ਹੈ। ਮਾਲ ਵਿਭਾਗ ਦੇ ਅਫਸਰਾਂ ਨੂੰ ਕਿਹਾ ਗਿਆ ਕਿ 23 ਜ਼ਿਲ੍ਹਿਆਂ 'ਚ ਪਤਾ ਕਰਕੇ ਦੱਸੋ ਕਿਹੜੀ ਜ਼ਮੀਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਕਦੋਂ ਪਰਲ ਦੀ ਵੇਚੀ ਗਈ ਹੈ। ਯਾਨੀ ਕਿ ਜਿਹੜੇ ਬੰਦਿਆਂ ਨੇ ਪਰਲ ਦੀ ਜ਼ਮੀਨ ਖਰੀਦੀ ਵੀ ਸੀ, ਸਹੀ ਤਰੀਕੇ ਨਾਲ ਖਰੀਦੀ ਸੀ ਜਾਂ ਗਲਤ ਤਰੀਕੇ ਨਾਲ ਖਰੀਦੀ ਸੀ, ਉਹਨਾਂ ਲਈ ਵੀ ਇਹ ਸ਼ਾਮਤ ਵਾਲੀ ਖਬਰ ਹੈ। ਮਾੜੀ ਖਬਰ ਉਹਨਾਂ ਲਈ ਹੈ ਜਿਨ੍ਹਾਂ ਨੇ ਪਰਲ ਦੀ ਜ਼ਮੀਨ ਨੂੰ ਖਰੀਦਿਆ, ਕਿਉਂਕਿ ਆਮ ਭੋਲੇ ਸ਼ਖਸ ਨੂੰ ਕੀ ਪਤਾ ਹੁੰਦਾ ਕਿ ਆਖਰਕਾਰ ਇਹ ਜ਼ਮੀਨ ਦਾ ਕੀ ਮਸਲਾ ਸੀ, ਕੀ ਨਹੀਂ ਸੀ। ਸੋ ਪਰਲ ਦਾ ਜਦੋਂ ਕੇਸ ਚੱਲਦਾ ਸੀ, ਪਰਲ ਕੰਪਨੀ ਦਾ, ਉਸ ਵੇਲੇ ਜ਼ਮੀਨਾਂ ਖਰੀਦੀਆਂ ਹੋਈਆਂ ਸੀ।
ਮਾਮਲਾ ਵਿਚਾਰ ਅਧੀਨ ਹੋਣ ਦੇ ਬਾਵਜੂਦ ਵੀ ਉਹਨਾਂ ਜ਼ਮੀਨਾਂ ਦੀ ਖਰੀਦੋ ਫਰੋਖਤ ਫੇਰ ਕਰ ਦਿੱਤੀ ਗਈ। ਫਰਜ਼ੀ ਤਰੀਕੇ ਨਾਲ ਗਵਾਹ ਤਿਆਰ ਕੀਤੇ ਗਏ, ਫਰਜ਼ੀ ਤਰੀਕੇ ਨਾਲ ਜਿਹੜੀ ਉਹ ਰਿਕਾਰਡਸ ਦਿਖਾਏ ਗਏ, ਸਾਈਡਾਂ ਦਿਖਾਈਆਂ ਗਈਆਂ, ਤਾਂ ਉਹ ਜ਼ਮੀਨ ਜਿਹੜੀ ਵੇਚੀ ਗਈ ਸੀ 2014 ਤੋਂ ਬਾਅਦ, ਉਹਨਾਂ ਜ਼ਮੀਨ ਦੇ ਮਾਲਕਾਂ ਲਈ ਵੀ ਇਹ ਬੁਰੀ ਖਬਰ ਹੈ ਕਿ ਤੁਹਾਡੀਆਂ ਜ਼ਮੀਨਾਂ ਵੀ ਜਾ ਸਕਦੀਆਂ ਨੇ। ਉਹ ਇਸ ਕਰਕੇ ਜਾ ਸਕਦੀਆਂ ਨੇ ਕਿ ਪੰਜਾਬ ਦੀ ਸਰਕਾਰ ਨੇ ਆਰਡਰ ਦਿੱਤਾ ਹੈ ਕਿ ਰੀ ਰਜਿਸਟਰਡ ਕਿਹੜੀਆਂ ਜ਼ਮੀਨਾਂ ਰੀ ਰਜਿਸਟਰਡ ਹੋਈਆਂ, ਕਿਹੜੀਆਂ ਜ਼ਮੀਨਾਂ ਦੀ ਗਲਤ ਤਰੀਕੇ ਨਾਲ ਰਜਿਸਟਰੀ ਹੋਈ, ਉਹਨਾਂ ਦਾ ਬਿਊਰਾ ਵੀ ਡੀਸੀ ਡਿਪਟੀ ਕਮਿਸ਼ਨਰ, ਜਿਹਨੂੰ ਅਕਸਰ ਕਲੈਕਟਰ ਕਹਿੰਦੇ ਨੇ, ਉਹ ਕਲੈਕਟ ਕਰ ਰਹੇ ਨੇ ਕਿ ਕਿਹੜੀ ਜ਼ਮੀਨ 2014 ਤੋਂ ਬਾਅਦ ਵੇਚੀ ਗਈ। FIR ਦੇ ਵਿੱਚ ਹੋਰ ਕੀ ਇੰਪੋਰਟੈਂਟ ਹੈ, 2-4 ਮਿੰਟ ਲੈਣੇ ਫਿਰ ਆਪਾਂ ਸਮਾਪਤੀ ਕਰਾਂਗੇ। FIR ਦੇ ਵਿੱਚ ਇੰਪੋਰਟੈਂਟ ਇਹ ਚੀਜ਼ ਸੀ ਕਿ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਇਸ ਨੂੰ ਵੇਚਿਆ ਗਿਆ। ਦੂਜੀ ਵੱਡੀ ਗੱਲ ਇਹ ਸੀ ਕਿ ਇਸ ਤੋਂ ਇਲਾਵਾ ਰਿਸ਼ਤੇਦਾਰਾਂ ਤੇ ਨਜਾਇਜ਼ ਕਬਜ਼ੇ ਕਰਵਾ ਕੇ ਜ਼ਮੀਨ ਵਿੱਚ ਮੌਜੂਦਾ ਕਰੋੜਾਂ ਰੁਪਏ ਦੀ ਲੱਕੜ, ਰੇਤਾ ਮਾਈਨਿੰਗ ਕਰਕੇ ਵੇਚ ਵੱਟ ਕੇ ਡਕਾਰ ਮਾਰ ਕੇ, ਯਾਨੀ ਕਿ FIR ਇਹ ਕੁਝ ਕਹਿ ਰਹੀ ਹੈ ਕਿ ਇੱਕ ਪਾਸੇ ਤਾਂ ਜ਼ਮੀਨਾਂ ਜਿਹੜੀਆਂ ਖਰੀਦੀਆਂ ਹੋਈਆਂ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਵੇਚ ਦਿੱਤਾ, ਦੂਜਾ ਵੱਡਾ ਸੀ ਕਿ ਮਾਈਨਿੰਗ ਕੀਤੀ ਗਈ, ਜਿਹੜੀਆਂ ਪਰਲ ਦੀਆਂ ਕੰਪਨੀ ਦੀਆਂ ਜ਼ਮੀਨਾਂ ਖਰੀਦੀਆਂ ਹੋਈਆਂ ਸੀ, ਸੰਪਤੀ ਖਰੀਦੀ ਹੋਈ ਸੀ, ਉਸ 'ਚ ਮਾਈਨਿੰਗ, ਬੇਸ਼ਕੀਮਤੀ ਲੱਕੜ ਦਰਖਤ ਲੱਗੇ ਹੋਏ ਸੀ, ਉਹ ਵੀ ਕੱਟ ਵੱਢ ਕੇ ਵੇਚਣ ਦਾ ਕੰਮ ਕੀਤਾ ਗਿਆ। ਸੋ ਕਈ FIRਾਂ ਜਿਹੜੀਆਂ ਦਰਜ ਨੇ, 2 ਮੁਕੱਦਮੇ ਤਾਂ ਜ਼ਿਲ੍ਹਾ ਰੋਪੜ 'ਚ ਹੀ ਦਰਜ ਨੇ ਇਸ ਮੁਤਾਬਕ, 66/17 ਦਾ ਜ਼ਿਕਰ ਹੈ, 139/19 ਚਮਕੌਰ ਸਾਹਿਬ ਦਾ ਇਸ 'ਚ ਜ਼ਿਕਰ ਹੈ, ਬਠਿੰਡਾ, ਮੋਹਾਲੀ, ਲੁਧਿਆਣਾ, ਹੁਸ਼ਿਆਰਪੁਰ, ਪਟਿਆਲਾ, ਹੋਰ ਬਹੁਤ ਅਜਿਹੇ ਥਾਵਾਂ ਤੇ ਜਿੱਥੇ ਦੋਸਤੋ ਜ਼ਮੀਨ ਹੈ। ਸੋ ਹੁਣ ਗੱਲ ਇਹ ਹੈ ਕਿ ਪੰਜਾਬ ਸਰਕਾਰ ਕਦੋਂ ਵੱਡਾ ਐਕਸ਼ਨ ਲੈਣ ਜਾ ਰਹੀ ਹੈ। ਜੇਕਰ ਡਿਪਟੀ ਕਮਿਸ਼ਨਰਸ ਨੂੰ, ਹਾਲਾਂਕਿ ਫਰਵਰੀ ਮਹੀਨੇ ਤੇ ਜਿੰਨੀ ਕੁ ਸਾਡੀ ਇੰਟੈਲੀਜੈਂਸ ਕੰਮ ਕਰ ਰਹੀ ਹੈ, ਜਿੰਨੇ ਕੁ ਸਾਡੇ ਇੰਟਰਨਲ ਸੋਰਸਿਸ ਕੰਮ ਕਰ ਰਹੇ ਹੈ ਕਿ ਜਨਵਰੀ, ਫਰਵਰੀ, ਮਾਰਚ ਤੋਂ ਹੀ ਪੰਜਾਬ ਦੀ ਸਰਕਾਰ ਇਸ ਮਸਲੇ ਤੇ ਲੱਗੀ ਹੋਈ ਹੈ। ਵੱਖ-ਵੱਖ ਡਿਪਟੀ ਕਮਿਸ਼ਨਰ ਜਾਂ ਚੀਫ ਸੈਕਟਰੀ ਪੰਜਾਬ ਨੂੰ ਇਹ ਆਰਡਰ ਜਿਹੜੇ ਐਗਜ਼ੀਕਿਊਟ ਕਰਵਾਉਣ ਦੇ ਲਈ ਅਪੀਲ ਦੇ ਤੌਰ ਤੇ ਜਿਹੜੇ ਆਪਦਾ ਬਿਊਰੋ ਦੇ ਚੁੱਕੇ ਨੇ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਏਕੜ ਜ਼ਮੀਨ ਤੇ ਕਿਸ ਦਾ ਕਬਜ਼ਾ ਹੈ, ਕੌਣ ਉਸ ਦਾ ਮਾਲਕ ਹੈ, ਉਹ ਜ਼ਮੀਨ ਦੀ ਰੀ ਰਜਿਸਟਰੀ ਕਦੋਂ ਹੋਈ ਹੈ। ਸੋ ਕਮੈਂਟ ਆ ਰਹੇ ਨੇ ਕਿ ਕਦੋਂ ਤੇ ਕਿੱਥੇ ਅਪਲਾਈ ਕਰਨਾ ਹੈ ਜੀ। ਦੋਸਤੋ ਤੁਹਾਡੇ ਯਾਦ ਹੋਊਗਾ ਕਿ ਲੋਧਾ ਕਮੇਟੀ ਨੂੰ ਜਿਹੜੀਆਂ ਤਮਾਮ ਕਾਗਜ਼ਾਤ ਜਿਹੜੇ ਪਰਲ ਦੇ ਉਹ ਆਮ ਲੋਕਾਂ ਨੇ ਸਬਮਿਟ ਕਰਵਾਏ ਸੀ। ਵੈਸੇ ਪੰਜਾਬ ਦੀ ਸਰਕਾਰ ਕੋਲੇ ਤਮਾਮ ਬਿਊਰੇ ਹੁੰਦੇ ਆ, ਸੁਭਾਵਿਕ ਗੱਲ ਹੈ, ਕਿਉਂਕਿ ਜਦੋਂ ਕਿਸੇ ਕੰਪਨੀ ਤੇ ਰੇਡ ਪੈਂਦੀ ਹੈ ਉਸ ਵੇਲੇ ਜਿੰਨਾ ਰਿਕਾਰਡ ਹੁੰਦਾ ਉਸ ਕੰਪਨੀ ਦਾ ਉਹ ਆਪਣੇ ਆਪ ਸਰਕਾਰ ਦੇ ਅੰਡਰ ਹੈ। ਬਸ ਇੰਤਜ਼ਾਰ ਹੈ ਉਸ ਚੀਜ਼ ਦਾ ਕਿ ਸਰਕਾਰ ਆਖਰਕਾਰ ਕਦੋਂ ਅਧਿਕਾਰਤ ਤੌਰ ਤੇ ਇਸ ਚੀਜ਼ ਦੀ ਪੁਸ਼ਟੀ ਕਰਦੀ ਹੈ ਕਿ ਇੰਨੀ ਤਰੀਕ ਨੂੰ ਅਸੀਂ ਇਸ ਮਸਲੇ ਤੇ ਸੰਜੀਦਗੀ ਨਾਲ ਐਕਸ਼ਨ ਲੈਣ ਜਾ ਰਹੇ ਹਾਂ, ਕਰਦੇ ਰਹਾਂਗੇ। ਸੋ ਫਿਲਹਾਲ ਦੇ ਲਈ ਕ੍ਰਿਸ਼ਨ ਸਿੰਘ ਨੂੰ ਆਗਿਆ ਦਿਓ। ਸੋ ਜੇਕਰ ਇਸ ਮਸਲੇ ਤੇ ਹੋਰ ਕੁਝ ਅਪਡੇਟ ਜਾਨਣਾ ਚਾਹੁੰਦੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਜੁੜਿਆ ਕਰੋ। ਹੋਰ ਬਹੁਤ ਖਬਰਾਂ ਹੁੰਦੀਆਂ ਨੇ ਅੰਦਰਲੀਆਂ ਕਿ ਆਖਰਕਾਰ ਪੰਜਾਬ ਦੀ ਸਰਕਾਰ ਕੀ ਕੁਝ ਇਸ ਮਸਲੇ ਤੇ ਕਰ ਰਹੀ ਹੈ, ਕੀ ਕੁਝ ਇਸ ਮਸਲੇ ਤੇ ਨਹੀਂ ਕਰ ਰਹੀ। ਹਾਂ, ਇੰਤਜ਼ਾਰ ਜ਼ਰੂਰ ਰਹੇਗਾ ਕਿ ਆਖਰਕਾਰ ਸਰਕਾਰ ਦਾ ਸਿਖਰ ਦਿਨਾਂ 'ਚ ਵੱਜੇਗਾ, ਮਹੀਨਿਆਂ 'ਚ ਵੱਜੇਗਾ, ਜਾਂ ਸਿਰਫ